एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7th ਕਲਾਸ ਦੀ ਇੰਗਲਿਸ਼ ਦੀ ਬੁੱਕ ਮਾਈ ਇੰਗਲਿਸ਼ ਕੰਪੈਨੀਅਨ ਉਹਦਾ 7ਵਾਂ ਲੈਸਨ ਦ ਪ੍ਰਿੰਸੈਸ ਹੂ ਨੈਵਰ ਸਮਾਈਲਡ ਰਾਜਕੁਮਾਰੀ ਜੋ ਕਦੇ ਮੁਸਕਰਾਉਂਦੀ ਨਹੀਂ ਸੀ। ਇਸ ਚੈਪਟਰ ਦਾ ਆਪਾਂ ਕਰਾਂਗੇ ਅੱਜ ਪਾਰਟ 2 ਜਿਹਦੇ ਵਿੱਚ ਆਪਾਂ ਗ੍ਰਾਮਰ ਡਿਸਕਸ ਕਰਾਂਗੇ। ਪਹਿਲੇ ਪਾਰਟ ਦੇ ਵਿੱਚ ਆਪਾਂ ਚੈਪਟਰ ਤੇ बैक एक्सरसाइज क्वेश्चन आंसर्स डिस्कस कीते सी। तां चलो शुरू करते हैं। लर्निंग लैंग्वेज भाषा बारे होर सीखते हैं। टेंसेस जिन्हों पंजाबी च कहा जाता है काल वो सीखांगे। As you understand the verbs are important part of sentences जिवें कि तुसी समझदे हो जानदे हो भी क्रियावां वाकां दा एक महत्वपूर्ण हिस्सा हन। Verbs tell us the time of action ਤੇ ਕੋਈ ਕਿਰਿਆ ਕਿਸ ਸਮੇਂ ਤੇ ਹੋਈ ਜਿਹੜੇ ਵਰਬਸ ਹੈਗੇ ਨੇ ਕਿਰਿਆਵਾਂ ਹੈਗੀਆਂ ਨੇ ਉਸ ਬਾਰੇ ਜਾਣਕਾਰੀ ਦਿੰਦੀਆਂ ਨੇ। You are already familiar with the simple present tense ਤੁਸੀਂ ਪਹਿਲਾਂ ਹੀ ਜਾਣਦੇ ਹੈਗੇ ਹੋ simple present tense ਬਾਰੇ and simple past tense ਬਾਰੇ। ਇਹਨਾਂ ਦੋਨਾਂ ਟੈਂਸਸ ਬਾਰੇ ਤੁਸੀਂ ਜਾਣਦੇ ਹੈਗੇ ਹੋ। ਹੁਣ ਆਪਾਂ ਸਿੰਪਲ ਪ੍ਰੈਜ਼ੈਂਟ ਟੈਂਸ ਕਿੱਥੇ ਯੂਜ਼ ਕਰਦੇ ਹਾਂ। ਦੇਖੋ ਇਹ ਵਾਲਾ ਜਿਹੜਾ ਟੈਂਸ ਹੈਗਾ ਇਹ ਵਰਬ ਦਾ ਟੈਂਸ ਹੁੰਦਾ ਯਾਨੀ ਕਿਰਿਆ ਦਾ ਟੈਂਸ ਹੁੰਦਾ। ਇਹ ਤਦ ਯੂਜ਼ ਕੀਤਾ ਜਾਂਦਾ ਇੱਕ ਵਾਕ ਦੇ ਵਿੱਚ ਜਦ ਆਪਾਂ ਦੱਸ ਰਹੇ ਹੁੰਦੇ ਆ ਕਿਸੇ ਐਕਸ਼ਨ ਬਾਰੇ ਜਾਂ ਫਿਰ ਕੋਈ ਅਜਿਹੀ ਚੀਜ਼ ਜਿਹੜੀ ਰੈਗੂਲਰਲੀ ਹੁੰਦੀ ਹੈ ਰੋਜ਼ ਹੁੰਦੀ ਹੈ। ਠੀਕ ਹੈ ਤੇ ਇਹਦੇ ਵਿੱਚ ਆਪਾਂ ਇੱਕ ਸਬਜੈਕਟ ਯੂਜ਼ ਕਰਦੇ ਹਾਂ फिर वर्ब यूज करते हैं जो काम हो रहा है ਉਹਦੇ ਪਿੱਛੇ ਹੋ ਸਕਦਾ ਹੈ s ਲੱਗੇ ਜਾਂ es ਲੱਗੇ ਤੇ ਉਸ ਤੋਂ ਬਾਅਦ ਆਬਜੈਕਟ ਆ ਜਾਂਦਾ ਜਿਹਦੇ ਉੱਤੇ ਕੰਮ ਹੋ ਰਿਹਾ। ਜਿਵੇਂ ਮੈਂ ਕਹਾ रमनीत ਇਹ ਹੋ ਗਿਆ ਸਬਜੈਕਟ। वर्ब की है loves to eat burgers ਇਹ ਹੋ ਗਿਆ ऑब्जेक्ट। ठीक है loves पिछे s आ गया। वैसे love जेड़ा है वो एक verb हैगा ਉਹਦੇ ਪਿੱਛੇ s या es जे आ ਜਾਂਦਾ है ਇਹ simple present tense ਸਾਡਾ ਬਣ ਜਾਂਦਾ ਹੈ। ਉਵੇਂ ਹੀ ਆਪਾਂ ਪੜਿਆ ਸੀ simple past tense ਬਾਰੇ। ਉਹ ਕੀ ਹੁੰਦਾ ਹੈ? ਇਹ past tense ਤਦ ਯੂਜ਼ ਕੀਤਾ ਜਾਂਦਾ ਹੈ ਜਦ ਕਿਸੇ ਐਕਸ਼ਨ ਬਾਰੇ ਦੱਸਣਾ ਹੋਏ ਜੋ ਅੱਜ ਜਿਹੜਾ ਹੁਣ ਸਮਾਂ ਹੈ ਉਸ ਤੋਂ ਪਹਿਲਾਂ ਕੀਤਾ ਗਿਆ ਤੇ ਉਸ ਸਮੇਂ ਦੇ ਵਿੱਚ ਜਿਹੜਾ ਪਹਿਲਾ ਸਮਾਂ ਸੀ ਉਹਦੇ ਵਿੱਚ ਖਤਮ ਵੀ ਹੋ ਗਿਆ ਕੰਪਲੀਟ ਵੀ ਹੋ ਗਿਆ ਤਦ ਆਪਾਂ ਯੂਜ਼ ਕਰਦੇ ਆ ਸਿੰਪਲ ਪਾਸਟ ਟੈਂਸ। ਠੀਕ ਹੈ ਜਿਵੇਂ ਮੈਂ ਐਗਜ਼ਾਮਪਲ ਦਵਾਂ he went to his house ਉਹ ਉਸਦੇ ਘਰ ਗਿਆ। went ਯਾਨੀ ਪਾਸਟ ਟੈਂਸ ਇਹ ਆਪਾਂ ਯੂਜ਼ ਕਰ ਲਿਆ ਸੈਂਟੈਂਸ ਦੇ ਵਿੱਚ। ਹੁਣ ਆਪਾਂ ਅੱਜ ਇੱਕ ਨਵੀਂ ਚੀਜ਼ ਪੜ੍ਹਨੀ ਹੈ ਅਗਲੇ ਪੜਾਅ ਵੱਲ ਜਾਣਾ ਹੈ। ਜਿਵੇਂ ਇੱਥੇ ਕੁਝ ਐਗਜ਼ਾਮਪਲ ਦਿੱਤੇ ਹੋਏ ਨੇ ਇਹਨਾਂ ਨੂੰ ਸਮਝਦੇ ਹਾਂ। Nowadays the water is getting dirty ਅੱਜ ਕੱਲ ਪਾਣੀ ਗੰਦਾ ਹੋ ਰਿਹਾ ਹੈ। ing ਪਿੱਛੇ ਲੱਗਿਆ ਹੋਇਆ ਜਿਹੜਾ get ਹੈਗਾ ਉਹ verb ਹੈਗਾ ਕਿਰਿਆ ਹੈਗਾ ਉਹਦੇ ਪਿੱਛੇ ing ਲੱਗ ਗਿਆ। ਅਗਲਾ nowadays food is becoming scarce ਘਟਦਾ ਜਾ ਰਿਹਾ ਜਿਹੜਾ ਖਾਣਾ ਹੈਗਾ ਅੱਜ ਕੱਲ। ਹੁਣ ਦੇਖੋ become ਜਿਹੜਾ ਹੈ ਉਹ ਕੀ ਹੈਗਾ ਇੱਕ verb ਉਹਦੇ ਪਿੱਛੇ ing ਲਾਤਾ becoming ਬਣ ਗਿਆ। nowadays it is getting very hot ਅੱਜ ਕੱਲ ਬਹੁਤ ਗਰਮੀ ਹੋ ਰਹੀ ਹੈ get ਫਿਰ ਇੱਕ verb ਹੈਗਾ ਉਹਦੇ ਪਿੱਛੇ ing ਲਾਤਾ। t ਵੀ ਲੱਗਦਾ ਉਹ ਸਪੈਲਿੰਗ ਠੀਕ ਕਰਨ ਲਈ ਹੁੰਦਾ। I am going to meet the princess ਮੈਂ ਮਹਾਰਾਣੀ ਨੂੰ ਮਿਲਣ ਜਾ ਰਹੀ ਹਾਂ। go ਇੱਕ verb ਹੈਗਾ ਉਹਦੇ ਪਿੱਛੇ ing ਲੱਗ ਗਿਆ। ਸਾਰਿਆਂ ਪਿੱਛੇ ਕਾਮਨ ਕੀ ਹੈ ਕਿ ਸਾਰਿਆਂ ਪਿੱਛੇ ਵਰਬਸ ਪਿੱਛੇ ing ਲੱਗਿਆ ਹੋਇਆ। what do you see ਤੁਸੀਂ ਹੁਣ ਕੀ ਦੇਖਿਆ ਇਹਦੇ ਵਿੱਚ have the action words ਯਾਨੀ ਕਿ verb ਜਿਨ੍ਹਾਂ ਨੂੰ ਪੰਜਾਬੀ ਚ ਕਿਰਿਆਵਾਂ ਕਿਹਾ ਜਾਂਦਾ ਹੈ such as getting becoming going been used in their first forms ਕਿ ਇਹਨਾਂ ਨੂੰ ਇਹਨਾਂ ਦੇ ਫਰਸਟ ਫਾਰਮ ਦੇ ਵਿੱਚ ਯੂਜ਼ ਕੀਤਾ ਗਿਆ। ਹੁਣ ਇਹ ਫਰਸਟ ਫਾਰਮ ਕੀ ਹੁੰਦੀ ਹੈ ਪਹਿਲਾਂ ਇਹ ਸਮਝ ਲੈਂਦੇ ਆ। verb ਦੀਆਂ ਤਿੰਨ ਫਾਰਮਸ ਹੁੰਦੀਆਂ ਨੇ ਫਰਸਟ ਫਾਰਮ ਸੈਕੰਡ ਫਾਰਮ ਤੇ ਇੱਕ ਹੋ ਜਾਂਦੀ ਹੈ ਸਾਡੇ ਕੋਲ ਥਰਡ ਫਾਰਮ। ਉਦਾਹਰਨ ਦੇ ਤੌਰ ਤੇ ਇਹਦਾ ਇੱਕ ਟੇਬਲ ਵੀ ਆਂਦਾ ਤੁਸੀਂ ਉਹ ਵੀ ਯਾਦ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਹੋਰ ਸੌਖੇ ਤਰੀਕੇ ਦੇ ਨਾਲ ਟੈਂਸਸ ਸਮਝ ਸਕਦੇ ਹੋ। ਜਿਵੇਂ ਮੈਂ ਕਹਾ ਫਰਸਟ ਫਾਰਮ ਦੇ ਵਿੱਚ ਐਗਜ਼ਾਮਪਲ ਦਿੰਨੀ ਆ ਬਾਈਟ ਕਿਸੇ ਨੂੰ ਵੱਢਣਾ। ਸੈਕੰਡ ਫਾਰਮ ਦੇ ਵਿੱਚ ਇਹ ਹੋ ਜਾਊਗਾ ਬਿਟ
ਪਾਸਟ ਟੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਤੇ ਥਰਡ ਦੇ ਵਿੱਚ ਇਹ ਆ ਗਿਆ ਬਿਟਨ। ਜ਼ਰੂਰੀ ਨਹੀਂ ਹੈ ਇਦਾਂ ਚੇਂਜ ਹੋਣ, ਕਈ ਵਰਡਸ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ, ਠੀਕ ਹੈ। ਜਿਵੇਂ ਕਿ ਮੈਂ ਐਗਜ਼ਾਮਪਲ ਦਿੰਦੀ ਹਾਂ ਜਿਹੜੇ ਵਰਡਸ ਉਦਾਂ ਦੇ ਉਦਾਂ ਹੀ ਰਹਿ ਜਾਂਦੇ ਨੇ, ਹਿਟ ਹਿਟ ਹਿਟ, ਹਿਟਨ ਨਹੀਂ ਬਣਦਾ, ਹਿਟ 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 ਹੀ ਰਹਿੰਦਾ। ਉਵੇਂ ਹੀ ਜੇ ਆਪਾਂ ਕਹਾਂ ਫਲਾਈ ਫਲਿਊ, ਇਹ ਹੋ ਜਾਊਗਾ ਫਲੋਨ, ਠੀਕ ਹੈ ਬੇਟਾ। ਏਦਾਂ ਕਰਕੇ ਇੱਕ ਟੇਬਲ ਆਂਦਾ ਹੈਗਾ, ਉਹ ਤੁਸੀਂ ਯਾਦ ਕਰਨਾ, 3 ਫਾਰਮਸ ਆਫ ਵਰਬ ਦਾ। ਉਵੇਂ ਹੀ ਕੱਟ, ਕੁਝ ਬੱਚੇ ਕਹਿ ਦਿੰਦੇ ਕਟਡ ਹੁੰਦਾ, ਕੱਟ ਕੱਟ ਕੱਟ, ਉਹ ਏਦਾਂ ਦਾ ਏਦਾਂ ਹੀ ਰਹਿੰਦਾ ਹੈਗਾ। ਹੁਣ ਆਪਾਂ ਇਹਨੂੰ ਸਮਝਦੇ ਹਾਂ। ਇੱਥੇ ਇਹ ਲਿਖਿਆ ਹੋਇਆ ਹੈ ਕਿ ਜਿਹੜੇ ਵਰਡਸ ਹੈਗੇ ਨੇ ਇਹਨਾਂ ਦੀ ਫਰਸਟ ਫਾਰਮ ਦੇ ਵਿੱਚ ਤਾਂ ਯੂਜ਼ ਨਹੀਂ ਕੀਤੇ ਗਏ, ਫਰਸਟ ਫਾਰਮ ਦਾ ਇਹ ਹੈਗੀ ਹੈ, ਇਹਦੇ ਪਿੱਛੇ ਆਈਐਨਜੀ ਤਾਂ ਲੱਗ ਨਹੀਂ ਰਿਹਾ, ਠੀਕ ਹੈ। नो, आंसर नो हैगा। इज द एक्शन हैपनिंग करंटली, कि ये काम हुण हो रहा है, हुण दी गल हो रही है। देखो द वाटर इज गेटिंग, इज यानी हुण गंदा हुंदा जा रहा है। यस इट इज हैपनिंग इन द प्रेजेंट, मतलब अज दी डेट विच हो रहा है। इज द एक्शन कंटिन्यूअस, कि ये लगातार हुंदा जा रहा है गंदा, कि खाना घट हुंदा जा रहा है, कि गर्मी हुंदी जा रही है, कि तुसी जा रहे हो प्रिंसेस नू मिलन, मतलब एक्शन कंटिन्यूअस हैगा, लगातार चल रहा है, नियंत्रण दे विच हैगा। यस इट इज। वी यूज ing वर्ड्स, ये जेडे ing वर्ड्स हैगे ने टू शो दैट द एक्शन इज हैपनिंग। ing शब्द वरते जांदे ने ताकि दस्सिया जाए भी जेड़ा काम हैगा वो हो रहा है। द हेल्पिंग वर्ब्स, इन्हां नाल कुछ हेल्पिंग वर्ब्स जोड़े जाते हैं, जिवें इत्थे इज, ये भी वर्ब हैगा, एम आर विद ing वर्ब फॉर्म, ठीक है। मतलब जिवें मैं कहा आई एम गेटिंग लेट, मैं लेट हो रही हूं, आई दे नाम की आ गया एम, गेटिंग आ गया नाल दी नाल, ठीक है, मैं लेट हो रही हां। या असी कहिए वी आर गेटिंग लेट। एक की हैगा आपां जेड़ा यूज करदे इज एम आर वर्ब दे पिछे ing दे नाल जेड़ा is mr यूज किया जाता है, हेल्प टू शो दैट द एक्शन इज हैपनिंग इन द प्रेजेंट। ये दर्शांदा है भी ये जेड़ा काम हैगा ये हुण हो रहा है, एंड इज कंटिन्यूअस, यानी चल रहा है काम, हो नहीं रहा, हो भी रहा ते चल भी रहा है। सेंटेंसेस ऑफ द प्रेजेंट कंटिन्यूअस टेंस हैव द फॉलोइंग फॉर्मेट। इन्हां नूं प्रेजेंट कंटिन्यूअस टेंस कहा जाता है। ते इहनूं किवें लिखदे आ? एफर्मेटिव दा मतलब हुंदा है जद तुसी हां दे विच जवाब दिंदे हो, नेगेटिव दा मतलब जद तुसी ना दे विच जवाब दिंदे हो किसी सवाल दा। जिवें मैं प्रेजेंट कंटिन्यूअस विच आई यूज करके एक सेंटेंस बनाना है, मैं कहांगी पॉजिटिव सेंटेंस, आई एम लाफिंग, मैं हस रही हूं, लाफ फर्स्ट फॉर्म है, उहदे पिछे ing आ गया। He is laughing, she is laughing, it is laughing, we दे नाल are आ जाएगा, we are laughing, you are laughing, they are laughing। ये तो हो गया पॉजिटिव, ठीक है। जे आप नेगेटिव विच लिखना है तो इन्हां सारियां पिछे ध्यान नाल देखियो, नॉट लग गया, नहीं ना हो गया ना। बाकी हुण तुसीं ये याद रखना भी I दे नाल am लगदा है, he दे नाल is, she दे नाल is, ते सिंगुलर नाउन जेडे एक वचन नाम हुंदे ने उन्हां नाल is लगदा है। we you they ते प्लूरल नाउन्स जेडे बहुवचन नाम हुंदे ने उन्हां नाल are लगदा है, तां तुहाडी इंग्लिश जेहड़ी है ठीक हो चुकी। जिवें I am not watching a film, मैं फिल्म नहीं देख रही, है ना, नेगेटिव हो गया ना, सेंटेंस नहीं कर रही। he is not watching a film, वॉच जेड़ा है फर्स्ट फॉर्म है वर्ब दी, पिछे आपां लाता ing। हुण इत्थे एक्टिविटी दित्ती हुई है, कंप्लीट द फॉलोइंग सेंटेंसेस यूजिंग प्रेजेंट कंटिन्यूअस टेंस, ओ जेड़ा हो रहा है हुण चलदा जा रहा है, ऑफ द वर्ब गिवन इन द ब्रैकेट। जिवें मैं दस्सिया सी पिछे ing लग जांदा है, बाकी इज am या are ला दिओ नाल। माय टीचर, टीचर एक हैगे ना सिंगुलर एक वचन, इज एक वचन दे नाल की आंदा है, आ देखो सिंगुलर दे नाल इज आंदा है ना। माय टीचर इज टॉकिंग ऑन द फोन राइट नाउ, मेरे अध्यापक इस समय फोन ते गल कर रहे ने। आर यू डांसिंग, यू दे नाल आपां हुणे पढ़िया सी की आंदा है आर,
ਆਰ ਯੂ ਡਾਂਸਿੰਗ, ਕੀ ਤੁਸੀਂ ਨੱਚ ਰਹੇ ਹੋ? ਚੀਕੂ ਇਜ਼ ਡੂਇੰਗ ਹਿਜ਼ ਹੋਮਵਰਕ ਐਟ ਦ ਮੋਮੈਂਟ, ਹੁਣ ਚੀਕੂ ਆਪਣਾ ਇਸ ਸਮੇਂ ਹੋਮਵਰਕ ਕਰ ਰਹੇ। ਇਜ਼ ਆ ਗਿਆ ਕਿਉਂਕਿ ਚੀਕੂ ਕੀ ਹੈ, ਸਿੰਗੂਲਰ ਜਾਂ ਨਾउन ਜਾਂ ਆਪਾਂ ਕਹਿ ਸਕਦੇ ਹਾਂ ਇੱਕ ਵਚਨ। ਸ਼ਾਂਤੀ ਉਹੀ ਗੱਲ, ਇਜ਼ ਵਰਕਿੰਗ ਇੱਕ ਵਚਨ। ਔਨ ਦ ਪ੍ਰੋਜੈਕਟ ਨਾਊਡੇਜ਼, ਉਹ ਅੱਜ ਕੱਲ ਪ੍ਰੋਜੈਕਟ ਤੇ ਕੰਮ ਕਰ ਰਹੀ ਹੈ। ਮਾਈ ਕਿਡਸ, ਕਿਡਸ ਕੀ ਹੋ ਗਏ, ਇੱਕ ਵਚਨ ਤਾਂ ਹੈ ਨਹੀਂ, ਬਹੁਵਚਨ ਹੋ ਗਿਆ, ਜਿਹਨੂੰ ਆਪਾਂ ਇੰਗਲਿਸ਼ 'ਚ ਕਹੀਦਾ ਪਲੂਰਲ। ਪਲੂਰਲ ਦੇ ਨਾਲ ਕੀ ਆਉਂਦਾ ਹੈ, ਆਰ। ਮਾਈ ਕਿਡਸ ਆਰ ਪਲੇ ਦੇ ਨਾਲ ing ਇਨ ਦ ਗਾਰਡਨ ਨਾਓ, ਮੇਰੇ ਬੱਚੇ ਜਿਹੜੇ ਹੈਗੇ ਨੇ ਗਾਰਡਨ ਵਿੱਚ ਖੇਡ ਰਹੇ ਨੇ। ਸਮ ਪੀਪਲ, ਦੇਖੋ ਪਰਸਨ ਜਿਹੜਾ ਹੁੰਦਾ ਹੈ ਉਹ ਇੱਕ ਵਚਨ ਹੁੰਦਾ ਹੈ, ਪੀਪਲ ਇੱਕ ਤੋਂ ਜ਼ਿਆਦਾ ਬੰਦੇ, ਉਹ ਪਲੂਰਲ ਦੇ ਵਿੱਚ ਆ ਜਾਂਦਾ ਹੈ। Some people are waiting to talk to you, ਕੁਝ ਲੋਕ ਉਡੀਕ ਕਰ ਰਹੇ ਨੇ ਤੁਹਾਡੇ ਨਾਲ ਗੱਲ ਕਰਨ ਲਈ। ਸਮਝ ਆ ਗਿਆ ਕਿਉਂ ਆਰ ਲਾਇਆ, ਕਿਉਂਕਿ people ਜਿਹੜੇ ਨੇ ਉਹ ਇੱਕ ਤੋਂ ਵੱਧ ਬੰਦਾ ਹੈ। I ਦੇ ਨਾਲ ਕੀ ਆਂਦਾ ਹੈ, am। not, ਇਹ not go ਲਿਖਿਆ, not going for a walk today, ਮੈਂ ਅੱਜ walk ਤੇ ਨਹੀਂ ਜਾ ਰਹੀ। is ਲੀਨਾ study ਦੀ ਥਾਂ ਤੇ studying, ਕਿਉਂਕਿ ਇੱਕ ਵਚਨ ਹੈਗਾ। for her exam right now, ਕਿ ਲੀਨਾ ਆਪਣੇ ਐਗਜ਼ਾਮ ਦੇ ਲਈ ਤਿਆਰੀ ਕਰ ਰਹੀ ਹੈ। ਇਜ਼ ਕਿਉਂ ਲਾਇਆ, ਕਿਉਂਕਿ ਆ ਦੇਖੋ ਕੁਐਸਚਨ ਮਾਰਕ ਹੈਗਾ, ਇਜ਼ ਕਿਉਂਕਿ ਕੁਐਸਚਨ ਮਾਰਕ ਹੈਗਾ। ਇਜ਼ ਉਮਾ ਪਲੇ ਦੀ ਥਾਂ ਤੇ ਪਲੇਇੰਗ ਦ ਪਿਆਨੋ ਨਾਓ, ਕਿ ਉਹ ਪਿਆਨੋ ਵਜਾ ਰਹੀ ਆ। ਅੱਗੇ ਮੋਹਨ ਐਂਡ ਆਈ, ਇੱਥੇ ਦੋ ਬੰਦੇ ਹੋ ਗਏ, ਕਿ ਮੈਂ ਕਹਿ ਸਕਦੀ ਹਾਂ ਪਲੂਰਲ ਬਹੁਵਚਨ। ਆਰ ਪੇਂਟਿੰਗ ਦ ਫੈਂਸ ਟੂਡੇ, ਅੱਜ ਮੋਹਨ ਤੇ ਮੈਂ ਬਾਹਰਲੀ ਜਿਹੜੀ ਦੀਵਾਰ ਹੈਗੀ ਆ ਉਹਨੂੰ ਪੇਂਟ ਕਰ ਰਹੇ ਹਾਂ। ਅਮੀਤਾ ਇੱਕ ਸਿੰਗੂਲਰ, is helping me at present, ਅਮੀਤਾ ਮੇਰੀ ਮਦਦ ਕਰ ਰਹੀ ਹੈ। my children, ਦੇਖੋ ਚਾਈਲਡ, ਜਿਵੇਂ ਮੈਂ ਦੱਸਿਆ ਸੀ ਪਰਸਨ ਸਿੰਗੂਲਰ ਹੈ, ਚਾਈਲਡ ਵੀ ਸਿੰਗੂਲਰ ਹੈ, ਇੱਕ ਵਚਨ ਹੈਗਾ। ਪਰ ਚਿਲਡਰਨ ਇਹ ਹੈਗਾ ਜੀ ਬਹੁਵਚਨ, ਜਿਹਨੂੰ ਆਪਾਂ ਪਲੂਰਲ ਕਹਿੰਦੇ ਆ, ਤੇ ਪਲੂਰਲ ਦੇ ਨਾਲ ਆਰ ਆ ਜਾਂਦਾ ਹੈ। ਆਰ not listening to the radio now, ਬੱਚੇ ਇਸ ਵੇਲੇ ਰੇਡੀਓ ਨਹੀਂ ਸੁਣ ਰਹੇ। ਸਾਇਰਾ ਸਿੰਗੂਲਰ, ਇਜ਼ ਆ ਜਾਊਗਾ। not drinking tea now, ਸਾਇਰਾ ਜਿਹੜੀ ਚਾਹ ਹੈਗੀ ਉਹ ਨਹੀਂ ਪੀਦੀ। I am, I ਦੇ ਨਾਲ ਕੀ ਆਂਦਾ ਹੈ, am vacuuming the carpet right now, ਮੈਂ ਕਾਰਪੇਟ ਤੇ ਵੈਕਿਊਮ ਕਰ ਰਹੀ ਹਾਂ। my father ਸਿੰਗੂਲਰ ਹੈ, is watching TV now, ਮੇਰੇ ਪਿਤਾ ਜੀ ਟੀਵੀ ਦੇਖ ਰਹੇ ਨੇ। what is she eating, is ਕਿਉਂ ਆ ਗਿਆ, ਕੁਐਸਚਨ ਮਾਰਕ, ਉਹ ਕੀ ਖਾ ਰਹੀ ਹੈ ਇਸ ਵੇਲੇ। is your dog hiding from me, ਕੀ ਤੁਹਾਡਾ ਕੁੱਤਾ ਮੇਰੇ ਤੋਂ ਛਿਪ ਰਿਹਾ ਹੈ, ਲੁਕ ਰਿਹਾ ਹੈ। ਆ ਦੇਖੋ ਹਾਈਡਿੰਗ ਦੇ ਸਪੈਲਿੰਗ HIDEING ਨਹੀਂ ਹੁੰਦਾ, ING ਆ ਜਾਂਦਾ ਹੈ, E ਹਟ ਜਾਂਦਾ ਹੈ। which book, U ਦੇ ਨਾਲ ਕੀ ਆਂਦਾ ਹੈ, are you reading nowadays, ਅੱਜ ਕੱਲ ਤੁਸੀਂ ਕਿਹੜੀ ਕਿਤਾਬ ਪੜ੍ਹ ਰਹੇ ਹੋ। ਥਾਮਸ is driving ਸਿੰਗੂਲਰ ਹੈ, me home now, ਮਤਲਬ ਥਾਮਸ ਮੈਨੂੰ ਘਰੇ ਛੱਡ ਕੇ ਆ ਰਿਹਾ ਹੈ। I ਉਹਦੇ ਨਾਲ am washing my hands at the moment, ਮੈਂ ਆਪਣੇ ਹੱਥ ਧੋ ਰਹੀ ਹਾਂ ਇਸ ਵੇਲੇ। ਠੀਕ ਹੈ, ਕੁਝ ਪਤਾ ਲੱਗਿਆ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। now read the following, ਇਹਨੂੰ ਪੜ੍ਹਨਾ ਹੈ। ਪ੍ਰਿੰਸੈਸ ਤਾਨਿਆ was, ਪਹਿਲਾਂ ਦੀ ਗੱਲ ਕੀਤੀ ਜਾ ਰਹੀ ਹੈ, was watching everything from her window, ਪ੍ਰਿੰਸੈਸ ਤਾਨਿਆ ਆਪਣੀ ਖਿੜਕੀ ਤੋਂ ਸਭ ਕੁਝ ਦੇਖ ਰਹੀ ਸੀ। she started laughing, ਉਹ ਹੱਸਣ ਲੱਗੀ। it was the funniest thing she had ever seen, ਇਹ ਸਭ ਤੋਂ ਮਜ਼ੇਦਾਰ ਚੀਜ਼ ਸੀ ਜੋ ਉਸਨੇ ਕਦੇ ਦੇਖੀ ਸੀ। she laughed and laughed, ਉਹ ਹੱਸਦੀ ਰਹੀ। she kept laughing, ਉਹ ਹੱਸਦੀ ਰਹੀ ਲਗਾਤਾਰ। the king was passing, was ਲੱਗਿਆ ਹੋਇਆ ਨਾਲ, ਪਹਿਲਾਂ ਦੀ ਗੱਲ ਹੈ। passing by her room, ਰਾਜਾ ਉਹਦੇ ਕਮਰੇ ਦੇ ਕੋਲੋਂ ਦੀ ਲੰਘ ਰਹੇ ਸੀ। he saw that the princess, ਫੇਰ ਆ ਗਿਆ was, laughing, ਉਹਨਾਂ ਨੇ ਦੇਖਿਆ ਵੀ ਜਿਹੜੀ ਰਾਜਕੁਮਾਰੀ ਉਹ ਹੱਸ ਰਹੀ ਸੀ ਪਾਸ ਦੀ ਗੱਲ। the king became very happy, ਰਾਜਾ ਸਾਹਿਬ ਖੁਸ਼ ਹੋ ਗਏ। he also started laughing, ਉਹਨਾਂ ਨੇ ਵੀ ਹੱਸਣਾ ਸ਼ੁਰੂ ਕਰ ਦਿੱਤਾ। within no time the queen was laughing, ਤੇ ਕੁਝ ਹੀ ਦੇਰ ਵਿੱਚ ਰਾਣੀ ਵੀ ਹੱਸਣ ਲੱਗ ਪਈ। the ministers were laughing, ਕਿਉਂਕਿ ministers ਆ ਗਿਆ, S ਆ ਗਿਆ ਨਾ,
वर आ गया, जिथे प्लूरल होए उत्थे वर आ जाता है नाल, समझावांगी अगे क्यों। वर लाफिंग, द सर्वेंट्स वर लाफिंग, जेड़े मंत्री सी वो हस रहे सी, नौकर हस रहे सी। द गार्ड्स पिछे एस आ गया, ध्यान नाल देखियो वर आ गया, वर लाफिंग, जेड़े पहरेदार सी वो हस रहे सी। एंड ऑल द पीपल वर लाफिंग, पीपल प्लूरल ओदे नाल भी की आ गया वर। इवान वॉज ऑल्सो लाफिंग, इवान एक हैगा तां वॉज आ गया। What do you see? हुण तुसी की इहदे विच देखिया पैराग्राफ दे विच? Have the action words या verbs such as watching, passing, laughing been used in their first form? कि ये पिछे ing वाले जेड़े हैगे ने ये फर्स्ट फॉर्म दे विच तां नहीं हैगे ने, फर्स्ट फॉर्म दे पिछे तां ing लगदा ही नहीं, तां आंसर हैगा नो। Is the action happening currently? कि ये सारे काम हुन हो रहे ने? नहीं, क्योंकि पिछे पास्ट दी गल है, पहला दी गल है। It has happened in the past, ये पहला हो चुके ने। Was the action continuous? की पहला पास्ट दे विच एक्शन कंटिन्यूअस सी, चल रहा सी? जी हाँ, क्योंकि ing लग्या होया ना, कंटिन्यूअस दी निशानी है। We use ing words to show that the action was happening in the past. हुन ये जेड़ा ing है ये दस रहा है भी ये काम पहला हो रहा सी, पास्ट विच हो रहा सी। The helping verbs इना नाल जिवें आपां पहला प्रेजेंट दे विच is, am, are यूज कीता है ना प्रेजेंट कंटिन्यूअस विच, उवें ही पास्ट कंटिन्यूअस दे विच आपां यूज करदे हां was या were with ing। जिवें आपां इत्थे was यूज कीता सिंगुलर दे नाल, were यूज कीता प्लूरल बहुवचन दे नाल, to show that the action was happening in the past and was continuous at the time of speech। जद गल हो रही सी उदों ये एक्शन चल रहा सी पास्ट विच। Sentences of past continuous tense have the following format। हुन इन्हां दा फॉर्मेट की है, ध्यान नाल देखियो। ये हैगे ने past continuous tense। एफर्मेटिव में थानू दसता जद कोई गल पॉजिटिव होए या हाँ दे विच होए, नेगेटिव यानी ना दे विच जवाब होए। I, he, she, it या सिंगुलर नाउन एक वचन नाउन जिहदे विच किसी दा नाम आ जांदा है एक बंदे दा, ओदे नाल was लगाईदा पास्ट कंटिन्यूअस विच, ते ओदां ही जिवें प्रेजेंट कंटिन्यूअस दे विच वर्ब दे पिछे ing लाया सी ना, ओही करना। ते जे प्लूरल होन, एक तो ज्यादा नाम होन या वी होए, यू या दे होए, ओदे नाल आपां वर लाईदा है, बाकी सारा उदां दा उदां। इत्थे ध्यान नाल देखियो ये was not ना इत्थे आऊगा, सब कुछ सेम है, बस पिछे क्योंकि नेगेटिव हैगा नॉट आ गया, देखो बाकी सब कुछ सेम है। समझ आ गई? जे यह चीज तुसी समझ लोगे कि किदे नाल was लगना है किदे नाल were, तां तुहाडी प्रॉब्लम सॉल्व हो जाएगी। सप्लाई द सूटेबल फॉर्म्स ऑफ वर्ब गिवन इन द ब्रैकेट्स, मतलब इत्थे ब्रैकेट दे विच वर्ब दिता होया है, एदी जिहड़ी सही फॉर्म हैगी है तुसी ओह लगानी है। जनरली जब पिछे ईडी लग्या हुंदा है ना, एदा मतलब हुंदा है भी पहला दी गल हो रही है, पहला वाला तुहाडे लई कीता गया। जिवें आई दे नाल सिंगुलर है कि was लगदा है, देखदे हां आई दे नाल आ रहा आई, एदे नाल जी हाँ was लगदा है, सिंगुलर दे नाल was लगदा है। आई was shopping when you called, जद तुहाडी कॉल आई उस वेले मैं की कर रहा सी या कर रही सी, was shopping। ये तो नहीं कह सकते I is shopping when you called, गलत हो जाऊगा ना। ये तो पहला दी गल है भी जब पहला फोन आया तुसी समझा रहे हो भी उदों मैं शॉपिंग कर रहा सी। स्टूडेंट्स एस आ गया, प्लूरल वर आ जाऊगा, वर प्लेइंग हैप्पीली व्हेन आई रीच द क्लास, बच्चे खुशी नाल हस रहे सी जब मैं क्लास पहुंची। I told him but he didn't hear me as he singular was watching the news। मैं उन्होंने दस्या पर उन्हें मैनू सुनिया नहीं क्योंकि वो न्यूज़ देख रहा सी। शीला एंड ख्याति दो लोग हो गए, प्लूरल प्लूरल दे नाल वर लगदा है, मैनू पता है। वर वर्किंग इन द ऑफिस व्हेन द बॉस वॉकड इन, जदों ऑफिस दे विच जेड़े बॉस हैगे ने वो अंदर आए सी उदों शीला ते ख्याति काम कर रही सी।
द नाइट राइडर्स पिछे ऐसा आ गया, वर्ड लग जूगा प्लूरल दे नाल। वर वार्मिंग अप व्हेन द मुंबई इंडियंस अराइव्ड एट द स्टेडियम। ਆ ਜਿਹੜੀ ਟੀਮ ਹੈਗੀ ਹੈ ਇਹ ਕਸਰਤ ਕਰ ਰਹੀ ਸੀ, ਆਪਣੇ ਸਰੀਰ ਨੂੰ ਗਰਮ ਕਰ ਰਹੇ ਸੀ ਗੇਮ ਖੇਡਣ ਦੇ ਲਈ ਜਦੋਂ ਮੁੰਬਈ ਇੰਡੀਅਨਸ ਆਏ ਸਟੇਡੀਅਮ ਦੇ ਵਿੱਚ ਦਾਖਲ ਹੋਏ। ਵਾਈਲ ਮਿਨੇਸ਼ ਵਾਸ ਪ੍ਰੇਇੰਗ, ਮਿਨੇਸ਼ ਜਿਹੜਾ ਹੈਗਾ ਵਾਸ ਆ ਗਿਆ, ਉਹ ਰੱਬ ਅੱਗੇ ਅਰਦਾਸ ਕਰ ਰਿਹਾ ਸੀ। ਕਿਰਨ ਇੱਕ ਬੰਦਾ ਵਾਸ ਬੇਕਿੰਗ ਅ ਕੇਕ, ਠੀਕ ਹੈ। ਕੇਕ ਹਮੇਸ਼ਾ ਬੇਕ ਕੀਤਾ ਜਾਂਦਾ ਹੈਗਾ, ਕੁੱਕ ਨਹੀਂ ਕੀਤਾ ਜਾਂਦਾ। ਖਾਣਾ ਜਿਹੜਾ ਫੂਡ ਕੁੱਕ ਕੀਤਾ ਜਾਂਦਾ, ਕੇਕ ਬੇਕ ਕੀਤਾ ਜਾਂਦਾ। ਕਿਰਨ ਵਾਸ ਬੇਕਿੰਗ ਅ ਕੇਕ। ਆਏ ਦੇ ਨਾਲ was driving when you called, so I couldn't answer, ਜਦ ਤੁਸੀਂ ਕਾਲ ਕੀਤੀ ਮੈਂ ਗੱਡੀ ਚਲਾ ਰਿਹਾ ਸੀ। I saw Meena yesterday, ਮੈਂ ਕੱਲ ਮੀਨਾ ਨੂੰ ਦੇਖਿਆ। when ਕਦੋਂ, she ਦੇ ਨਾਲ was walking by the river, ਉਹ ਨਦੀ ਦੇ ਕਿਨਾਰੇ ਚੱਲ ਰਹੀ ਸੀ, walk ਕਰ ਰਹੀ ਸੀ। my mother singular was cooking, ਮੰਮੀ ਖਾਣਾ ਬਣਾ ਰਹੀ ਸੀ। and my father ਤੇ ਪਿਤਾ ਜੀ was dusting the house yesterday, ਕੱਲ ਦੀ ਗੱਲ ਹੋ ਰਹੀ ਹੈ। ਮੰਮੀ ਖਾਣਾ ਬਣਾ ਰਹੇ ਸੀ, ਪਾਪਾ ਡਸਟਿੰਗ ਕਰ ਰਹੀ ਸੀ। ਸ਼ਾਂਤੀ was boiling milk when Riya came, ਜਦੋਂ ਰੀਆ ਆਈ ਸ਼ਾਂਤੀ ਦੁੱਧ ਉਬਾਲ ਰਹੀ ਸੀ। ਠੀਕ ਹੈ ਜੀ, ਹੁਣ ਅੱਗੇ ਚੱਲਦੇ ਹਾਂ। ਲਰਨਿੰਗ ਟੂ ਲਿਸਨ, ਮੈਂ ਉਮੀਦ ਕਰਦੀ ਹਾਂ ਪ੍ਰੈਜ਼ੈਂਟ ਕੰਟੀਨਿਊਅਸ ਤੇ ਪਾਸਟ ਕੰਟੀਨਿਊਅਸ ਟੈਂਸ ਤੁਹਾਨੂੰ ਸਮਝ ਆ ਗਿਆ। ਹੁਣ ਦੇਖੋ ਐਕਟੀਵਿਟੀ 7 ਹੈ, ਲੈਟ ਅਸ ਪਲੇ ਅ ਗੇਮ ਟੂਡੇ। ਆਓ ਅੱਜ ਆਪਾਂ ਇੱਕ ਖੇਡ ਖੇਡਦੇ ਹਾਂ। ਗੈਟ ਅਪ ਫਰੋਮ ਯੂਰ ਸੀਟਸ, ਤੁਸੀਂ ਸੀਟਸ ਤੋਂ ਉੱਠਣਾ ਹੈ। ਦ ਨੇਮ ਆਫ ਦ ਗੇਮ ਇਜ਼ ਦ ਪ੍ਰਿੰਸੈਸ ਸੇਜ਼। ਖੇਡ ਦਾ ਨਾਮ ਹੈਗਾ ਰਾਜਕੁਮਾਰੀ ਕਹਿੰਦੀ ਹੈ। ਯੂ ਵਿਲ ਫੋਲੋ ਦ ਕਮਾਂਡਸ ਆਫ ਯੂਰ ਟੀਚਰ, ਤੁਹਾਡੇ ਟੀਚਰ ਜਿਹੜੇ ਹੈਗੇ ਨੇ ਉਹ ਤੁਹਾਨੂੰ ਦੱਸਣਗੇ ਤੇ ਉਸ ਹਿਸਾਬ ਦੇ ਨਾਲ ਗੇਮ ਖੇਲਣੀ ਹੈ। she he will give you commands to follow, ਉਹ ਤੁਹਾਨੂੰ ਦੱਸਣਗੇ ਵੀ ਆਹ ਕਰਨਾ ਹੈ ਤੇ ਤੁਸੀਂ ਉਦਾਂ ਕਰਦੇ ਰਹਿਣਾ। ਜਿਵੇਂ the princess says ਆ ਕਰੋ, the princess says ਆ ਨਾ ਕਰੋ। commands will begin with the phrase the princess says sit down, the princess says pick up the pen, ਏਦਾਂ ਕਰਕੇ ਟੀਚਰ ਸੈਂਟੈਂਸ ਬਣਾਉਣਗੇ ਤੇ ਤੁਸੀਂ ਉਦਾਂ ਕਰਨਾ। if the teacher does not say the princess says before a command, that is hold your left ear, you will not follow the command। ਜੇ ਤੁਹਾਡੇ ਟੀਚਰ ਜਦ ਤੁਹਾਨੂੰ ਹੁਕਮ ਦੇ ਰਹੇ ਨੇ, ਕੰਮ ਕਰਨ ਨੂੰ ਕਹਿ ਰਹੇ ਨੇ ਇਸ ਗੇਮ ਦੇ ਵਿੱਚ ਤੇ ਉਹ ਪਹਿਲਾਂ ਸੈਂਟੈਂਸ ਤੋਂ my princess says ਨਹੀਂ ਯੂਜ਼ ਕਰਦੇ ਤਾਂ ਤੁਸੀਂ ਉਹ ਕੰਮ ਨਹੀਂ ਕਰਨਾ, ਸਗੋਂ ਆਪਣਾ ਲੈਫਟ ਜਿਹੜਾ ਕੰਨ ਹੈਗਾ ਉਹਨੂੰ ਫੜ ਲੈਣਾ। if you still follow the command, ਹਾਲਾਂਕਿ ਟੀਚਰ ਨੇ ਆ ਨਹੀਂ ਯੂਜ਼ ਕੀਤਾ, ਵਾਕ ਇਹਦੇ ਨਾਲ ਨਹੀਂ ਸ਼ੁਰੂ ਕੀਤਾ, ਪਰ ਫਿਰ ਵੀ ਤੁਸੀਂ ਉਹ ਕੰਮ ਕਰ ਦਿੱਤਾ, ਤੁਸੀਂ ਗੇਮ ਤੋਂ ਬਾਹਰ ਹੋ ਜਾਓਗੇ। you will be out of the game, the last person left wins, ਤੇ ਜਿਹੜਾ ਆਖਰੀ ਬੰਦਾ ਰਹਿ ਜਾਂਦਾ ਉਹ ਜਿੱਤ ਜਾਂਦਾ। ਠੀਕ ਹੈ, ਅੱਗੇ ਚੱਲਦੇ ਹਾਂ। learning to speak, ਹੁਣ ਆਪਾਂ ਕੁਝ ਪ੍ਰੈਕਟਿਸ ਕਰਦੇ ਹਾਂ ਸਪੀਕਿੰਗ ਦੀ। imagine that you are talking to your friend on a phone, ਸੋਚ ਲਓ ਵੀ ਤੁਸੀਂ ਆਪਣੇ ਦੋਸਤ ਨਾਲ ਗੱਲ ਕਰ ਰਹੇ ਹੋ ਫੋਨ ਤੇ। tell each other about 4 things that you and your family members are doing, ਤੁਸੀਂ ਇੱਕ ਦੂਜੇ ਨੂੰ 4 ਚੀਜ਼ਾਂ ਬਾਰੇ ਦੱਸਣਾ ਹੈ ਜੋ ਤੁਸੀਂ ਤੇ ਤੁਹਾਡੇ ਪਰਿਵਾਰ ਦੇ ਮੈਂਬਰ ਕਰ ਰਹੇ ਨੇ। you can pick words from the table, ਤੁਸੀਂ ਇਹ words use ਕਰ ਸਕਦੇ ਹੋ। ਹੁਣ ਜਿਹੜੇ ਕੰਮ ਕਰ ਰਹੇ ਹੋ are doing ਨਾ ਕਿਹੜਾ ਟੈਂਸ ਹੋ ਗਿਆ, ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿਹੜੇ words ਨੇ। wash ਧੋਣਾ, ਡਾਂਸ ਨੱਚਣਾ, ਕੁੱਕ ਪਕਾਉਣਾ, ਪ੍ਰੇ ਪੂਜਾ ਕਰਨੀ, ਪਾਠ ਕਰਨਾ, ਡਸਟ ਧੂੜ ਝਾੜਨੀ, ਜੰਪ ਛਾਲ ਮਾਰਨੀ, ਵਾਚ ਦੇਖਣਾ, ਲਾਫ ਹੱਸਣਾ, ਕਲੀਨ ਸਾਫ਼ ਕਰਨਾ, ਮੇਕ ਬਣਾਉਣਾ, ਡਰਾਇੰਗ ਕਰਨੀ, ਹੈਲਪ ਮਦਦ ਕਰਨੀ। ਯੂ ਕੈਨ ਸਟਾਰਟ ਵਿਦ, ਇਹਦੇ ਨਾਲ ਤੁਸੀਂ ਸਟਾਰਟ ਕਰ ਸਕਦੇ ਹੋ ਤੇ ਇਹਦਾ ਆਨਸਰ ਮੈਂ ਲਿਖਿਆ। ਪਹਿਲਾ ਦੋਸਤ ਬੋਲਦਾ ਹੈ ਹੈਲੋ ਆਈ am Aryaman speaking, मतलब मैं आर्यमन हैगा इस साइड। who is on the line, ते फोन ते कौन है दूजा बंदा, ते दूजा बोलता है hello I am Shweta speaking, मैं इस पासे श्वेता हैगी हां। ते फिर पहला बोलता है hey how are you, तुसी किवें हो। दूजा जवाब दिंदा है I am good what are you doing, तुसी की कर रहे हो। फिर जवाब दिंदा है दोस्त I am getting ready for my dance class, मैं डांस क्लास लिए तैयार हो रहा या हो रही हां।
Tell me about you, अपने बारे दसो। जवाब आंदा है I am going to cook dinner for my family, मैं अपने परिवार ਲਈ खाना बनाने जा रही हूं। am going। wow, that's amazing, ये तो बहुत मजेदार गल है। I pray your food tastes the best, मैं प्रे करदी हां भी ਤੁਹਾਡਾ ਜਿਹੜਾ ਖਾਣਾ ਹੈਗਾ ਉਹ ਸਭ ਬਹੁਤ ਵਧੀਆ ਟੇਸਟ ਕਰੇ। yes, would you like to join us, ਕਿ ਤੁਸੀਂ ਆਣਾ ਚਾਹੁੰਦੇ ਹੋ ਡਿਨਰ ਲਈ? sure, but I need to prepare for my dance, पर मैं अपने डांस की तैयारी करनी है, हालांकि मैं आना चाहूंगा। A competition is going to take place next week, अगले हफ्ते competition भी हैगा। You can come after class and join us, ते पहला कहंदा कि ठीक है तुसी अपनी डांस क्लास तो बाद आ जाओ, सानू ज्वाइन कर लियो। yes, that would be great, ये तो बहुत वधिया आइडिया है। okay then, yes, bye, see you, goodbye। ये हो गई गलबात खत्म। हमें तुसी ये टेबल पढ़ सकते हो। एक और चीज दसी गई है, लर्निंग टू राइट। एक्टिविटी दिती गई है, अ माइंड मैप ऑफ अ स्टोरी इज गिवन बिलो। एक कहानी हैगी है, ਉਹਦਾ माइंड मैप दसिया गया भी ये होया फिर ये होया, देखो कहानी शुरू हो रही है ऐदा करके। वुडन हाउस सी, स्ट्रॉ हाउस सी या ब्रिक हाउस सी, कोई एक चूज कर सकते हो, जिहदे विच 3 पिग्स रहंदे सी। बिग बैड या वुल्फ आया, भेड़िया आया, फिर उन्हें की किता, फूक मारती स्ट्रॉ हाउस ते, फिर उस तो बाद या blows down wooden house भी तोड़ता, brick house भी तोड़ता, climbs down the chimney, चिमनी तो थल्ले आया ते अग दे विच ओह आपां कह सकदे हां गरम पानी दे विच जल गया। एक कहानी जी दसी हुई है। The name of the story is The Three Pigs, कहानी दा नाम की हैगा 3 सूअर। Using the mind map, write your story about the 3 pigs and the wolf, अपने हिसाब दे नाल कोई एक ऑप्शन चूज करके तुसी एक कहानी नू पूरा करना है। All the hints and useful words are given in the mind map, इत्थे दसिया होया ना, आ देखो सारे हिंट दिते हुए ने। चलो इस कहानी नू आपां पूरा करते हैं। ते ये मैं कहानी लिखी है, Once there were 3 pigs, एक बार दी गल हैगी है 3 सूअर रहंदे सी, in a wooden home and a straw home respectively। एक जेड़ा पिग हैगा ਉਹ ਇੱਕ ਲੱਕੜ ਦੇ ਘਰ ਵਿੱਚ ਰਹਿੰਦਾ ਸੀ, ਇੱਕ ਜਿਹੜਾ ਹੈਗਾ ਉਹ ਤੂੜੀ ਵਾਲੇ ਘਰ ਵਿੱਚ ਰਹਿੰਦਾ ਸੀ। since they were constructed rapidly, ਕਿਉਂਕਿ ਇਹ ਜਿਹੜੇ ਘਰ ਸੀ ਇਹ ਜਲਦਬਾਜ਼ੀ ਵਿੱਚ ਬਣੇ ਸੀ, their homes were not sturdy, ਇਸ ਕਰਕੇ ਜਿਹੜੇ ਘਰ ਸੀ ਉਹ ਮਜ਼ਬੂਤ ਨਹੀਂ ਸੀਗੇ। however the third one resided in a sturdy brick house, ਪਰ ਜਿਹੜਾ ਤੀਜਾ ਸੂਅਰ ਸੀ ਉਹ ਮਜ਼ਬੂਤ ਇੱਟਾਂ ਦੇ ਘਰ ਵਿੱਚ ਰਹਿੰਦਾ ਸੀ। A large dangerous wolf showed up one day to eat pigs, ਤੇ ਇੱਕ ਦਿਨ ਇੱਕ ਵੱਡਾ ਖਤਰਨਾਕ ਬਘਿਆੜ 3 ਸੂਅਰਾਂ ਨੂੰ ਖਾਣ ਦੇ ਲਈ ਇੱਕ ਦਿਨ ਆ ਗਿਆ। The straw and timber huts were quickly destroyed, ਤੁਸੀਂ ਲਿਖ ਸਕਦੇ ਹੋ timber ਦੀ ਥਾਂ ਤੇ wooden, ਹੁੰਦਾ ਇਹ ਵੀ ਇੱਕ ਤਰੀਕੇ ਦਾ wood ਹੀ ਹੈ। ਇਹ ਜਿਹੜੇ ਸਟ੍ਰॉ ਦੇ ਤੇ ਵੁਡਨ ਹਟਸ ਸੀ ਇਹ ਛੇਤੀ ਖਤਮ ਹੋ ਗਏ ਸੀ, ਡਿਸਟਰੋਏ ਹੋ ਗਏ ਸੀ। ਐਂਡ ਦ ਪਿਗਸ ਵਰ ਈਟਨ, ਤੇ ਦੋਨੋਂ ਘਰਾਂ ਦੇ ਜਿਹੜੇ ਸੂਅਰ ਸੀ ਉਹਨੇ ਖਾ ਲਏ। ਹਾਊਐਵਰ ਸ਼ੀ ਵਾਜ਼ ਅਨਏਬਲ, ਜਾਂ ਤੁਸੀਂ ਕਹਿ ਸਕਦੇ ਹੋ ਹੀ ਵਾਜ਼ ਅਨਏਬਲ ਟੂ ਨੌਕ ਡਾਊਨ ਦ ਬ੍ਰਿਕ ਹਾਊਸ, ਪਰ ਜਿਹੜਾ ਬਘਿਆੜ ਸੀ ਜਾਂ ਆਪਾਂ ਕਹਿ ਸਕਦੇ ਹਾਂ ਫੌਕਸ ਸੀ, ਉਹ ਤੀਜੇ ਹਾਊਸ ਨੂੰ, ਬ੍ਰਿਕ ਹਾਊਸ ਨੂੰ, ਇੱਟਾਂ ਦੇ ਘਰ ਨੂੰ ਨਹੀਂ ਤੋੜ ਪਾਇਆ। It consequently climbed the house chimney, ਆਪਾਂ ਲਿਖ ਸਕਦੇ ਹਾਂ ਹੀ, ਜਿਹੜਾ ਵੁਲਫ ਸੀ ਉਹ ਫਟਾਫਟ ਚਿਮਨੀ ਦੇ ਵਿੱਚ ਵੜ ਗਿਆ। ਉਹਨੇ ਸੋਚਿਆ ਵੀ ਇੱਥੋਂ ਐਂਟਰੀ ਲੈ ਲੈਂਦਾ, ਇੱਥੇ she ਨਹੀਂ ਆਏਗਾ, he ਲਿਖ ਦਿੰਦੇ ਆ। He soon fled away in tears as he was buried in hot water, ਵੀ ਉਦੋਂ ਫਟਾਫਟ ਹੰਝੂ ਆ ਗਏ। ਕਿਉਂ ਆ ਗਏ? ਕਿਉਂਕਿ ਉਹਦੀ ਮੌਤ ਹੋ ਗਈ ਸੀ, ਇੰਨਾ ਜਲ ਰਿਹਾ ਸੀ ਗਰਮ ਪਾਣੀ ਦੇ ਵਿੱਚ। ਤੇ ਇਹ ਮੈਂ ਕਹਾਣੀ ਲਿਖਤੀ, ਗਲਤੀ ਨਾਲ ਸ਼ੀ ਲਿਖਿਆ ਗਿਆ, ਤੁਸੀਂ ਹੀ ਜ਼ਰੂਰ ਲਿਖ ਲਿਓ। ਠੀਕ ਹੈ ਜੀ, ਆ ਦੇਖੋ ਜਲ ਰਿਹਾ, ਗੈਟਸ ਬਰਨਡ ਬਾਈ ਹੌਟ ਵਾਟਰ, ਇੱਥੇ ਤੁਸੀਂ ਲਿਖ ਸਕਦੇ ਹੋ ਬuried ਨਹੀਂ burned in hot water। ਠੀਕ ਹੈ, ਇਹ ਗਲਤੀਆਂ ਤੁਸੀਂ ਨਹੀਂ ਕਰਨੀਆਂ। ਅੱਗੇ ਲਰਨਿੰਗ ਟੂ ਯੂਜ਼ ਲੈਂਗੁਏਜ ਯੂਜ਼ ਕਰਦੇ ਹਾਂ। ਐਕਟੀਵਿਟੀ ਦਿੱਤੀ ਹੋਈ ਹੈ, ਰੀਡ ਦ ਡਾਇਲੌਗ ਬਿਟਵੀਨ ਅ ਡਾਇਨਾਸੌਰ ਐਂਡ ਅ ਸਪੈਰੋ। ਇੱਕ ਡਾਇਨਾਸੌਰ ਤੇ ਇੱਕ ਚਿੜੀ ਵਿਚਕਾਰ ਜੋ ਗੱਲਬਾਤ ਹੋ ਰਹੀ ਹੈ ਉਹ ਇੱਥੇ ਲਿਖੀ ਹੋਈ ਹੈ। Dinosaur is an extinct animal and sparrow is about to become extinct.
ਜਿਹੜਾ ਡਾਇਨਾਸੌਰ ਹੈਗਾ ਉਹ ਇੱਕ ਵਿਲੋਪ ਜਾਨਵਰ ਹੈ, ਖਤਮ ਹੋ ਗਿਆ। ਤੇ ਜਿਹੜੀ ਚਿੜੀ ਹੈ ਉਹ ਜਲਦੀ ਆ ਉਹ ਵੀ ਵਿਲੋਪ ਹੋਣ ਵਾਲੀ ਹੈ, ਕਿਉਂਕਿ ਅਸੀਂ ਇੰਨਾ ਨੁਕਸਾਨ ਪਹੁੰਚਾਇਆ ਹੋਇਆ ਹੈ ਨੇਚਰ ਨੂੰ। Radiation from mobile phone towers has harmed sparrows and other birds. ਜਿਹੜੀਆਂ ਕਿਰਨਾਂ ਨਿਕਲਦੀਆਂ ਨੇ ਨਾ ਮੋਬਾਈਲ ਫੋਨ ਟਾਵਰਾਂ ਤੋਂ, ਉਹ ਰੇਡੀਏਸ਼ਨ ਜਿਹੜੀਆਂ ਹੈਗੀਆਂ ਨੇ ਉਹ ਚਿੜੀਆਂ ਨੂੰ ਤੇ ਹੋਰ ਬਰਡਸ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। Complete the dialogue by taking information from the given table. ਇੱਥੇ ਟੇਬਲ ਦਿੱਤਾ ਹੋਇਆ, ਠੀਕ ਹੈ। ਜਿਵੇਂ ਪਹਿਲਾਂ ਕਦ ਅਪੀਅਰ ਹੋਏ ਸੀ, ਕਲਾਸ ਕਿਹੜੀ ਸੀ, ਮਤਲਬ ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਸੀ, ਸਾਈਜ਼, ਹਾਈਟ, ਲਾਈਫ ਔਨ ਅਰਥ ਕਿੰਨੀ ਦੇਰ ਤੱਕ ਧਰਤੀ ਤੇ ਰਹੇ, ਐਕਸਟੈਂਸ਼ਨ ਕਦ ਹੋ ਗਿਆ, ਖਤਮ ਕਦ ਹੋ ਗਏ, ਕਾਜ਼ ਆਫ ਐਕਸਟੈਂਸ਼ਨ ਕੀ ਕਾਰਨ ਸੀ, ਕਿਉਂ ਖਤਮ ਹੋਏ, ਰਿਜ਼ਲਟ ਆਫ ਦ ਐਸਟਰੋਇਡ ਹਿੱਟ। ਐਸਟੀਰੋਇਡ ਜਿਹੜਾ ਹੈ ਉਹ ਬਾਹਰ ਤੋਂ ਨਾ, ਮਤਲਬ ਸੋਲਰ ਸਿਸਟਮ ਤੋਂ ਇੱਕ ਪੱਥਰ ਜਿਹੜਾ ਹੈ ਆ ਕੇ ਧਰਤੀ ਤੇ ਲੱਗਦਾ, ਆਪਾਂ ਇਹ ਕਹਿ ਸਕਦੇ ਹਾਂ, ਜਿਹਦੇ ਕਰਕੇ ਬਹੁਤ ਵੱਡਾ ਖੱਡਾ ਹੋ ਜਾਂਦਾ ਤੇ ਕਾਫੀ ਨੁਕਸਾਨ ਹੁੰਦਾ ਹੈ। ਉਹਦਾ ਰਿਜ਼ਲਟ ਕੀ ਹੋਇਆ ਸੀ, ਮਾਸ ਐਕਸਟੈਂਸ਼ਨ ਆਫ ਮੋਸਟ ਸਪੀਸੀਜ਼ ਔਨ ਅਰਥ। ਕਾਫੀ ਸਾਰੀਆਂ ਜਿਹੜੀਆਂ ਸਪੀਸੀਜ਼ ਸੀਗੀਆਂ ਉਹ ਖਤਮ ਹੋ ਗਈਆਂ ਸੀ, ਵਿਲੋਪਤ ਹੋ ਗਈਆਂ ਸੀ, ਠੀਕ ਹੈ, ਕਿਉਂਕਿ ਐਸਟੀਰੋਇਡ ਨੇ ਆ ਕੇ ਧਰਤੀ ਤੇ ਹਿੱਟ ਕੀਤਾ ਸੀ। ਡਾਇਲੌਗ ਚੱਲ ਰਹੇ ਨੇ। ਸਪੈਰੋ, ਹੈਲੋ ਸਟ੍ਰੇਂਜਰ, ਯੂ ਆਰ ਸੋ ਹਿਊਜ, ਹਾਊ ਕੈਨ ਆਈ ਹੈਲਪ ਯੂ। ਸਪੈਰੋ ਕਹਿੰਦੀ ਹੈ ਵੀ ਹੈਲੋ ਅਜਨਬੀ, ਤੁਸੀਂ ਬਹੁਤ ਵੱਡੇ ਹੈਗੇ ਹੋ, ਵੀ ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦੀ ਹਾਂ। ਡਾਇਨਾਸੌਰ ਜਵਾਬ ਦਿੰਦਾ ਹੈ, ਓ ਹੈਲੋ, ਐਕਚੁਅਲੀ ਆਈ ਐਮ ਨੋਟ ਅ ਸਟ੍ਰੇਂਜਰ। ਹੈਲੋ, ਮੈਂ ਅਜਨਬੀ ਨਹੀਂ ਹਾਂ। I used to live here 66 million years ago. ਮੈਂ ਇਸ ਧਰਤੀ ਤੇ ਰਹਿੰਦਾ ਸੀ 66 million years ago। ਆ ਦੇਖੋ ਇੱਥੇ ਦੱਸਿਆ ਹੋਇਆ, ਕਿਉਂਕਿ ਐਕਸਟੈਂਟ ਹੋ ਗਏ ਨਾ, ਉਸ ਤੋਂ ਪਹਿਲਾਂ ਮੈਂ ਇੱਥੇ ਰਹਿੰਦਾ ਸੀ। Humans call me dinosaur. ਇਨਸਾਨ ਮੈਨੂੰ ਡਾਇਨਾਸੌਰ ਕਹਿੰਦੇ ਨੇ। So I'm just exploring how much the planet has changed. ਤੇ ਮੈਂ ਤਾਂ ਇਹ ਦੇਖਣ ਆਇਆ ਵੀ ਹੁਣ ਜਿਹੜਾ ਧਰਤੀ ਹੈਗੀ ਉਹਦੇ ਵਿੱਚ ਕਿੰਨਾ ਬਦਲਾਵ ਆ ਗਿਆ, ਮੈਂ ਤਾਂ ਕਦ ਦਾ ਖਤਮ ਹੋ ਗਿਆ। ਸਪੈਰੋ ਕਹਿੰਦੀ ਹੈ, ਉਹ ਰੀਅਲੀ, ਹਾਊ ਮਚ ਹੈਜ਼ ਇਟ ਚੇਂਜਡ। ਅੱਛਾ, ਦੱਸਿਓ ਕਿੰਨਾ ਬਦਲਾਵ ਆ ਗਿਆ ਇੰਨੇ ਸਮੇਂ ਤੱਕ। ਡਾਇਨਾਸੌਰ ਕਹਿੰਦਾ, ਓ ਇਟ ਹੈਜ਼ ਚੇਂਜਡ ਅ ਲੋਟ, ਬਹੁਤ ਬਦਲਾਵ ਆ ਗਿਆ। I don't like the change. ਤੇ ਮੈਨੂੰ ਇਹ ਤਬਦੀਲੀ ਬਿਲਕੁਲ ਪਸੰਦ ਨਹੀਂ ਹੈ। There were no humans and buildings when I used to live. No pollution, no global warming. ਜਦੋਂ ਮੈਂ ਇੱਥੇ ਰਹਿੰਦਾ ਸੀ ਉਸ ਵਕਤ ਨਾ ਤਾਂ ਇਨਸਾਨ ਸੀ, ਨਾ ਇਮਾਰਤਾਂ ਸੀ, ਨਾ ਹੀ ਪ੍ਰਦੂਸ਼ਣ ਸੀ ਤੇ ਨਾ ਹੀ ਗਲੋਬਲ ਵਾਰਮਿੰਗ ਸੀ। ਸਪੈਰੋ ਕਹਿੰਦੀ ਹੈ, ਓ ਟੈਲ ਮੀ ਮੋਰ ਸਰ, ਮੈਨੂੰ ਹੋਰ ਦੱਸੋ ਇਹਦੇ ਬਾਰੇ। ਡਾਇਨਾਸੌਰ ਕਹਿੰਦਾ ਹੈ, there were trees all around. ਚਾਰੇ ਪਾਸੇ ਦਰਖਤ ਹੀ ਦਰਖਤ ਸੀ। We were everywhere, on land, in the air and in water. ਅਸੀਂ ਹਰ ਥਾਂ ਫੈਲੇ ਹੋਏ ਸੀ, ਜ਼ਮੀਨ ਤੇ, ਪਾਣੀ ਵਿੱਚ, ਹਵਾ ਵਿੱਚ। ਸਪੈਰੋ ਕਹਿੰਦੀ, ਓ ਵਾਓ, what were they called? ਜਿਹੜੇ ਇੱਥੇ ਤਿੰਨੋਂ ਥਾਵਾਂ ਤੇ ਫੈਲੇ ਹੋਏ ਹੁੰਦੇ ਨੇ ਉਹਨਾਂ ਨੂੰ ਕੀ ਕਹੀਦਾ। ਡਾਇਨਾਸੌਰ ਜਵਾਬ ਦਿੰਦਾ ਹੈ, humans have named the flying dinosaurs as pterodactyl. ਪੀ ਜਿਹੜਾ ਸਾਇਲੈਂਟ ਹੈ, ਉਹਦੀ ਆਵਾਜ਼ ਨਹੀਂ ਹੈ, pterodactyl ਕਹੀਦਾ ਜਿਹੜੇ ਉੜਨ ਵਾਲੇ ਡਾਇਨਾਸੌਰ ਹੁੰਦੇ ਨੇ। ਸਪੈਰੋ ਕਹਿੰਦੀ ਹੈ, and what about the ones that lived in the water? ਤੇ ਉਹਨਾਂ ਨੂੰ, ਡਾਇਨਾਸੌਰਸ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਸੀ। ਡਾਇਨਾਸੌਰ ਜਵਾਬ ਦਿੰਦਾ ਹੈ, they have been named as spinosaurs. ਜਿਹੜੇ ਪਾਣੀ ਵਿੱਚ ਰਹਿੰਦੇ ਸੀ ਉਹਨਾਂ ਨੂੰ spinosaurs ਕਿਹਾ ਜਾਂਦਾ ਸੀ। ਸਪੈਰੋ ਕਹਿੰਦੀ ਹੈ, ਮਿਸਟਰ ਡਾਇਨਾਸੌਰ, I have so many questions to ask you. ਮੇਰੇ ਕੋਲ ਤਾਂ ਬਹੁਤ ਸਾਰੇ ਸਵਾਲ ਹੈਗੇ ਨੇ ਤੁਹਾਨੂੰ ਪੁੱਛਣ ਲਈ। ਉਹ ਕੀ ਪੁੱਛਦੀ ਹੈ? ਡਾਇਨਾਸੌਰ ਕਹਿੰਦਾ, ਠੀਕ ਹੈ ਪੁੱਛੋ, ask me. ਸਪੈਰੋ ਪੁੱਛਦੀ ਹੈ, when did dinosaur first appear? ਵੀ ਤੁਸੀਂ ਪਹਿਲਾਂ ਕਦ ਪਾਏ ਗਏ ਸੀ, ਕਦ ਦਿਖੇ ਸੀ? How many species were there? ਕਿੰਨੀਆਂ ਕਿਸਮਾਂ ਸੀ, ਜਾਤੀਆਂ ਸੀ? And how did dinosaur extinct? ਤੇ ਡਾਇਨਾਸੌਰ ਅਲੋਪ ਕਿਵੇਂ ਹੋ ਗਏ? ਤੇ ਜਿਹੜਾ ਡਾਇਨਾਸੌਰ ਹੈ ਉਹ ਜਵਾਬ ਦਿੰਦਾ ਹੈ। ਸਾਰੀ ਇਨਫੋਰਮੇਸ਼ਨ ਜਿਹੜੀ ਵੀ ਇੱਥੇ ਦਿੱਤੀ ਹੋਈ ਹੈ ਨਾ, ਉਹ ਸਾਰੇ ਸਵਾਲ ਬਣਾ ਕੇ ਮੈਂ ਇੱਥੇ ਪੁੱਛ ਲਿਆ। ਕੀ ਜਵਾਬ ਹੈਗਾ? We first appeared on Earth 235 million years ago. ਵੀ ਇੰਨੇ ਸਾਲ ਪਹਿਲਾਂ ਅਸੀਂ ਧਰਤੀ ਤੇ ਪਹਿਲਾਂ ਪ੍ਰਗਟ ਹੋਏ, ਦਿਖਾਈ ਦਿੱਤੇ। We were reptiles, ਤੇ ਅਸੀਂ reptiles ਦੀ ਜਾਤੀ ਵਿੱਚੋਂ ਆਉਂਦੇ ਹਾਂ। There were different species of us. ਤੇ ਸਾਡੀਆਂ ਵੱਖੋ ਵੱਖ ਨਸਲਾਂ ਸਨ।
one of us was called the T-Rex, which was the largest dinosaur to live on land। ਤੇ ਸਾਡੇ ਵਿੱਚੋਂ ਇੱਕ ਜਿਹੜੀ ਜਾਤੀ ਹੈਗੀ ਉਹਨੂੰ T-Rex ਕਿਹਾ ਜਾਂਦਾ ਸੀ, ਜੋ ਸਭ ਤੋਂ ਵੱਡੇ ਡਾਇਨਾਸੌਰ ਹੈਗੇ ਨੇ ਜੋ ਧਰਤੀ ਤੇ ਰਹਿੰਦੇ ਸੀ। and had a height of nearly the height ਇੰਨੇ ਫੀਟ ਸੀ। 66 million years ago, ਇੰਨੇ ਸਾਲ ਪਹਿਲਾਂ, an asteroid, ਠੀਕ ਹੈ, hit the surface of earth, ਧਰਤੀ ਤੋਂ ਬਾਹਰ ਤੋਂ ਆਇਆ ਬਹੁਤ ਤੇਜ਼ੀ ਨਾਲ ਤੇ ਧਰਤੀ ਤੇ ਆ ਕੇ ਡਿੱਗ ਗਿਆ, resulting in mass extinction of several species including the dinosaur। ਤੇ ਨਤੀਜੇ ਵਜੋਂ ਡਾਇਨਾਸੌਰ ਸਮੇਤ ਬਹੁਤ ਸਾਰੀਆਂ ਜਿਹੜੀਆਂ ਪ੍ਰਜਾਤੀਆਂ ਹੈਗੀਆਂ ਨੇ ਉਹ ਵਿਨਾਸ਼ ਹੋ ਗਈਆਂ, ਉਹਨਾਂ ਦਾ ਖਾਤਮਾ ਹੋ ਗਿਆ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।